ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਪੰਜਾਬ ਫਰੰਟ। ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਕਿ ਸਿਆਸੀ ਵਿਸ਼ਲੇਸ਼ਕ ਨੇ ਔਰ ਹਰ ਰੋਜ਼ ਵੱਖ-ਵੱਖ ਪੱਧਰਾਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਔਰ ਸਿੰਘੂ ਮੋਰਚੇ ਨਾਲ ਔਰ ਖਾਸ ਤੌਰ ਤੇ ਕਿਸਾਨੀ ਅੰਦੋਲਨ ਨਾਲ ਨੇੜਿਓਂ ਜੁੜੇ ਹੋਏ। ਪ੍ਰੋਫੈਸਰ ਸਾਹਿਬ ਜੀ ਆਇਆਂ। ਬਹੁਤ-ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਕੱਲ ਇੱਕ ਘਟਨਾਕ੍ਰਮ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਸਾਬਕਾ ਮੰਤਰੀ ਤੀਕਸ਼ਣ ਸੂਦ, ਉਹਨਾਂ ਦੇ ਘਰ ਦੇ ਮੂਹਰੇ ਗੋਹਾ ਸੁੱਟਤਾ ਜਾਂਦਾ ਹੈ। ਸੋ ਇਹ ਜੋ ਵਾਪਰ ਰਿਹਾ, ਇਹ ਅੰਦੋਲਨ ਦੀ ਰੂਹ ਨਾਲ ਮੇਚ ਕਰਦਾ ਹੈ, ਕਿਉਂਕਿ ਮੈਂ ਜੇ ਇਤਿਹਾਸ ਵੱਲ ਪਰਤਦਾ ਹੈ ਤੇ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋ ਰਿਹਾ ਸੀ ਪੰਜਾਬ 'ਚ, ਉਦੋਂ ਕਿਸੇ ਨੇ ਭਾਈਚਾਰਿਆਂ 'ਚ ਗਾਲ ਤੱਕ ਨਹੀਂ ਸੀ ਕੱਢੀ। ਤੇ ਅੰਦੋਲਨ ਵੀ ਜਿਸ ਡਿਸਪਲਿਨ ਨਾਲ ਚੱਲ ਰਿਹਾ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੀ ਕੋਈ ਜਗ੍ਹਾ ਹੈ, ਸਥਾਨ ਹੈ? ਦੇਖੋ, ਦੋ ਅਪਰੋਚ ਹੁੰਦੀ ਆ ਮੂਵਮੈਂਟ ਦੇ ਵਿੱਚ ਪ੍ਰੋਟੈਸਟ ਕਰਨ ਦੀ। ਇੱਕ ਹੁੰਦੀ ਆ ਆਪਣੀ ਬਰੂਟ ਫੋਰਸ, ਵੀ ਦੂਜੇ ਦਾ ਨੱਕ 'ਚ ਦਮ ਕਰਨਾ, ਮਾੜੇ ਤੋਂ ਮਾੜੇ ਤਰੀਕੇ ਨਾਲ ਜੋ ਵੀ ਉਹਨੂੰ ਤੰਗ ਪਰੇਸ਼ਾਨ ਕਰਨਾ। ਇੱਕ ਹੁੰਦਾ ਕਿ ਅਸੀਂ ਦੂਜਿਆਂ ਨੂੰ ਆਪਣੇ ਨਾਲ ਆਪਣੇ ਹੱਕ ਦੇ ਵਿੱਚ ਕਿਵੇਂ ਕਰਦੇ ਆ, ਜਿੱਥੇ ਇਹੋ ਜਿਹੀ ਅਪਰੋਚ ਅਪਣਾਉਂਦੇ ਆ ਕਿ ਜਿੱਥੇ ਪੱਥਰ ਵੀ ਪਿਘਲ ਜਾਣ, ਦੁਸ਼ਮਣ ਵੀ ਦੋਸਤ ਬਣ ਜਾਏ। ਇਹ ਦੋ ਤਰੀਕੇ ਨਾਲ, ਵਿੱਚ ਵਿਚਾਲੇ ਦੇ ਵੀ ਰਸਤੇ ਹੁੰਦੇ ਆ। ਮੈਨੂੰ ਅਜੇ ਵੀ ਯਾਦ ਆ ਕਿ ਯੂਰਪ ਦੇ ਵਿੱਚ ਜਦੋਂ ਬਲੈਕ ਲਾਈਵਸ ਮੈਟਰ ਦਾ ਵੀ ਚੱਲਿਆ ਸੀ, ਈਵਨ ਅਮਰੀਕਾ ਦੇ ਵਿੱਚ ਵੀ ਕਈ ਜਗ੍ਹਾ ਤੇ ਮੈਂ ਦੇਸ਼ਾਂ 'ਚ ਦੇਖਦਾ ਕਿ ਜਦੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਪ੍ਰੋਟੈਸਟ ਲੋਕ ਆਰਗੇਨਾਈਜ਼ ਕਰਦੇ ਆ ਤੇ ਜਿਹੜੀ ਪੁਲਿਸ ਆ ਉਹ ਆਪਣੇ ਹਥਿਆਰ ਥੱਲੇ ਸੁੱਟ ਦਿੰਦੀ ਹੈ, ਔਰ ਜਿਹੜੇ ਪ੍ਰੋਟੈਸਟਰ ਆ ਜਿਹੜੇ ਉਹਨਾਂ ਤੋਂ ਡਰਦੇ, ਇਹ ਗੋਲੀਆਂ ਤੋਂ ਬਛਾੜਾਂ ਤੋਂ ਜਿਹੜੀਆਂ ਡਰਦੇ ਹੁੰਦੇ ਆ, ਉਹ ਇੱਕ ਦੂਜੇ ਦੇ ਗਲੇ ਲਾ ਕੇ ਅਥਰੂ ਘੇਰਦੇ ਆ ਕਿ ਅਸੀਂ ਕਿਉਂ ਦੁਸ਼ਮਣ ਬਣੇ ਆ। ਉਹ ਪੁਲਿਸ ਵਾਲੇ ਇਹ ਦੱਸਦੇ ਆ ਕਿ ਦੇਖੋ ਅਸੀਂ ਮਜਬੂਰੀ 'ਚ ਇੱਥੇ ਖੜੇ ਆ। ਪ੍ਰੋਟੈਸਟਰ ਇਹ ਦੱਸਦੇ ਆ ਕਿ ਸਾਡਾ ਵੀ ਹੱਕ ਹੈਗਾ। ਇਹਦੇ ਨਾਲ ਇੱਕ ਜਿਹੜਾ ਤੁਸੀਂ ਅਲੱਗ ਢੰਗ ਦਾ ਮੈਸੇਜ ਸਾਰੀ ਦੁਨੀਆ ਨੂੰ ਜਾਂਦੇ ਆ ਕਿ ਅਸੀਂ ਦੁਸ਼ਮਣ ਨਹੀਂ, ਮਜਬੂਰੀ ਬਸ ਜਿੱਥੇ ਜਿੱਥੇ ਕੋਈ ਖੜਾ ਆ, ਪਰ ਅਸੀਂ ਇੱਕ ਦੂਜੇ ਦੇ ਨੇੜੇ ਆ, ਅਸੀਂ ਇੱਕ ਹੀ ਹੈ। ਦੂਸਰਾ ਜਿਹੜੀ ਅਪਰੋਚ ਆ, ਮੈਨੂੰ ਯਾਦ ਆ ਰਿਹਾ ਕਿ ਇਹ ਸਨ 70-71 ਦੀ ਗੱਲ ਹੋਊਗੀ, ਅੱਜ ਤੋਂ 50 ਸਾਲ ਪਹਿਲਾਂ, ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਇੱਕ ਵਾਰੀ ਕਲਾਸ 4 ਸਫਾਈ ਮਹਿਕਮੇ ਵਾਲਿਆਂ ਨੇ ਹੜਤਾਲ ਕਰ ਦਿੱਤੀ। ਉਹਨਾਂ ਦੀ ਕੋਈ ਨਹੀਂ ਸੀ ਸੁਣਦਾ। ਉਹਨਾਂ ਨੇ ਕਿਹਾ ਕਿ ਫਿਰ ਜਿਹੜਾ ਇੱਥੇ ਸਾਨੂੰ ਜੋ ਹਮੇਸ਼ਾ ਦਰਕਾਰ ਕੇ ਰੱਖਦੇ ਆ ਕਿ ਇਹ ਜਿਹੜੇ ਦਲਿਤ ਹੈਗੇ ਆ ਜਾਂ ਜਿਹੜੇ ਵੀ ਸਵੀਪਰ ਜਿਸ ਸਮਾਜ 'ਚੋਂ ਆਉਂਦੇ ਆ, ਤੇ ਉਹਨਾਂ ਨੂੰ ਦਰਕਾਰ ਕੇ ਰੱਖਿਆ ਜਾਂਦਾ, ਇਹ ਇਹਨਾਂ ਤੋਂ ਪਰਾਂ ਹਟੋ, ਇਹ ਫਲਾਨਾ ਢਮਕਾਣਾ। ਉਹਨਾਂ ਦਿਨਾਂ 'ਚ ਤੇ ਹੋਰ ਵੀ ਜ਼ਿਆਦਾ ਸੀ, ਹੁਣ ਤੇ ਕਾਨੂੰਨ ਦੇ ਅਸਰ ਕਰਕੇ ਘਟ ਗਏ। ਉਹਨਾਂ ਕੀ ਕੀਤਾ ਕਿ ਮਰੇ ਹੋਏ ਡੰਗਰ ਲਿਆ ਕੇ ਵੀਸੀ ਦੇ ਦਫ਼ਤਰ ਅੱਗੇ ਰੱਖਤੇ। ਹੁਣ ਚੁੱਕੇ ਕੌਣ? ਕੋਈ ਜੱਟ ਨਹੀਂ ਚੁੱਕੂਗਾ, ਕੋਈ ਬ੍ਰਾਹਮਣ ਨਹੀਂ ਚੁੱਕੂਗਾ, ਕੋਈ ਖੱਤਰੀ ਨਹੀਂ ਚੁੱਕੂਗਾ, ਚੁੱਕਣਗੇ ਤੇ ਉਹੋ ਹੀ। ਉਹ ਫਿਰ ਵੀਸੀ ਨੇ ਕਿਹਾ ਵੀ ਗੱਲ ਬਹੁਤੀ ਨਹੀਂ ਹੈ, ਛੇਤੀ ਮੰਨ ਜਾਓ। ਮੇਰੀ ਬੇਨਤੀ ਇਹ ਹੈ ਕਿ ਜੇ ਇਸ ਮੂਵਮੈਂਟ ਨੂੰ ਗਲੋਬਲਾਈਜ਼ ਕਰਨਾ, ਪੜ੍ਹਿਆਂ ਲਿਖਿਆਂ ਸਿਆਣਿਆਂ ਵਾਂਗੂ ਚਲਾਉਣਾ, ਸਾਰੇ ਦੇਸ਼ ਦੇ ਵਿੱਚ ਇਸ ਨੂੰ ਲਿਜਾਣਾ, ਤੇ ਇਸ ਨੂੰ ਕਈ ਗੱਲਾਂ ਤੋਂ ਸਾਨੂੰ ਬਚਾਉਣਾ ਪਊਗਾ। ਇੱਕ ਤੇ ਅਸੀਂ ਜ਼ਿਆਦਾ ਇਹੋ ਜਿਹਾ ਨਫ਼ਰਤ ਦਾ ਕੋਈ ਬੀਜ ਨਾ ਬੀਜ ਦਈਏ ਕਿ ਵਿੱਚੋਂ ਹੀ ਸਾਡੇ ਦੁਸ਼ਮਣ ਨਵੇਂ ਪੈਦਾ ਹੋ ਜਾਣ। ਇੱਕ ਤੇ ਸਰਕਾਰ ਨਾਲ ਤੇ ਹੈ ਹੀ ਹੈ, ਸਾਡੇ ਨਵੇਂ ਦੁਸ਼ਮਣ ਪੈਦਾ ਹੋ ਜਾਣ। ਕਿਤੇ ਇਹ ਹਿੰਦੂ ਸਿੱਖ ਦਾ ਮਸਲਾ ਨਾ ਬਣ ਜੇ। ਕਿਉਂ? ਇਹ ਸਮੁੱਚੀ ਕਿਸਾਨੀ ਦਾ ਮਾਮਲਾ। ਜੇ ਹਿੰਦੂ ਸਿੱਖ ਦਾ ਮਾਮਲਾ ਬਣ ਗਿਆ ਤਾਂ ਸਭ ਤੋਂ ਪਹਿਲਾਂ ਤੇ ਹਰਿਆਣਾ ਹੀ ਜਿਹੜਾ ਇੰਨਾ ਡਟ ਕੇ ਹੈ ਸਾਡੇ ਅੰਦਰ, ਉਹ ਪਰਾਂ ਹੋਊਗਾ, ਫਿਰ ਯੂਪੀ ਹੋਊਗਾ, ਫਿਰ ਸਾਰੇ, ਫਿਰ ਆਪਾਂ ਇੱਥੇ ਬੀਨ ਵਜਾਉਣ ਜੋਗੇ ਰਹਿ ਜਾਾਂਗੇ, ਆਪਣੇ ਘਰੇ ਨਾਰੇ ਮਾਰਾਂਗੇ। ਇਹ ਨਹੀਂ ਹੋਣਾ ਚਾਹੀਦਾ। ਤੀਸਰਾ, ਇਸ ਨੂੰ ਕਿਸੇ ਕਿਸਮ ਦਾ ਜਾਤ, ਹੋਰ ਕਿਸੇ ਕਿਸਮ ਦਾ ਉਹ ਵੀ ਨਹੀਂ ਆਉਣਾ ਚਾਹੀਦਾ। ਆਈਡੀਆਲੋਜੀ ਠੀਕ ਹੈ, ਸਾਡੀਆਂ ਆਪੋ ਆਪਣੀਆਂ ਆਈਡੀਆਲੋਜੀ, ਵਿਚਾਰਧਾਰਾਵਾਂ ਵੀ ਸਾਨੂੰ ਪਿਆਰੀਆਂ, ਪਰ ਉਹਨੂੰ ਇੰਨਾ ਤਿੱਖਾ ਕਰ ਦਿਓ ਕਿ ਸਾਰਾ ਮੂਵਮੈਂਟ ਦਾ ਹੀ ਮਹਾਨ ਹੀ ਬਦਲ ਜੇ। ਉਸ ਨੂੰ ਵੀ ਬਚਾਉਣਾ ਚਾਹੀਦਾ। ਜਿਹੜੀ ਚੰਗੀ ਸੁਹਿਰਦ ਢੰਗ ਨਾਲ ਕੋਈ ਵੀ ਮੂਵਮੈਂਟ ਚਲਾਉਣੀ ਆ, ਉਹ ਬਹੁਤ ਹੀ ਸੈਂਸੀਬਲ ਤਰੀਕਾ, ਹਰ ਫੂਕ ਕੇ ਕਦਮ ਰੱਖਣਾ ਹੁੰਦਾ। ਉਹ ਅਜੇ ਤੱਕ ਕਾਫੀ ਹੱਦ ਤੱਕ ਅਸੀਂ ਕਾਮਯਾਬ ਹਾਂ, ਪਰ ਜਿਉਂ ਹੀ ਅਸੀਂ ਵਾਇਲੈਂਸ ਵੱਲ ਲੈ ਜਾਾਂਗੇ, ਭੰਨ ਤੋੜ ਵੱਲ ਲੈ ਜਾਾਂਗੇ, ਜਾਂ ਈਵਨ ਟੀਵੀ ਟਾਵਰਾਂ ਦੇ ਕਨੈਕਸ਼ਨ ਕੱਟਣ ਵੱਲ ਲੈ ਜਾਾਂਗੇ। ਤੁਹਾਨੂੰ ਯਾਦ ਹੈ ਕਿ ਈਵਨ ਕਿਸਾਨ ਵੀਰਾਂ ਨੇ ਵੀ ਇਸ ਗੱਲ ਦੀ ਭਰਸਨਾ ਕੀਤੀ ਹੈ ਕਿ ਅਸੀਂ ਤੇ ਸਿਰਫ ਜੀਓ ਦੇ ਸਿਮ ਪੋਰਟ ਕਰਨ ਲਈ ਕਿਹਾ, ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਕੋਈ ਤਾਰਾਂ ਕੱਟੋ ਜਾਂ ਕਿੱਦਾਂ ਕੱਟੋ। ਜੇ ਇਸੇ ਤਰੀਕੇ ਨਾਲ ਜਿਹੜਾ ਤੀਕਸ਼ਣ ਸੂਦ ਵਾਲਾ, ਮੈਂ ਹੁਣ ਇਸ ਗੱਲ ਤੇ ਆ ਜਾ, ਕਿਉਂਕਿ ਮੈਂ ਤਾਂ ਇਹਨੂੰ ਭੂਮਿਕਾ ਬਣਾਈ ਹੈ ਕਿ ਆਪਾਂ ਆਪਣੇ ਆਪ ਨੂੰ ਸਮਝ ਲਈਏ ਕਿ ਇੱਥੇ ਵੀ ਜਿਹੜੇ ਬੀਜੇਪੀ ਵਾਲੇ ਆ, ਮੈਂ ਜਦੋਂ ਉਹਨਾਂ ਨੂੰ ਪ੍ਰਾਈਵੇਟਲੀ ਉਹਨਾਂ ਦੇ ਸਪੋਕਸਮੈਨ ਨੂੰ ਮਿਲਦਾ, ਇਨਕਲੂਡਿੰਗ ਗਰੇਵਾਲ,
ਉਹ ਕਹਿੰਦੇ ਆ ਕਿ ਸਾਨੂੰ ਜਿਹੜਾ ਪਿੱਛੋਂ ਹੁਕਮ RSS ਵੱਲੋਂ ਕਿ ਤੁਸੀਂ ਇਹੀ ਕਹਿਣਾ ਜਾ ਕੇ ਟੀਵੀਆਂ ਤੇ ਕਿ ਇਹ ਕਾਨੂੰਨ ਹੁਣ ਨਹੀਂ ਬਦਲਣਗੇ। ਇਹਦਾ ਮਤਲਬ ਹੈ ਕਿ ਹਰ ਇੱਕ ਪਾਰਟੀ ਦੀ ਅਲੱਗ-ਅਲੱਗ ਤਰੀਕੇ ਨਾਲ, ਤੌਰ ਤਰੀਕੇ ਨਾਲ ਉਹ ਪੇਸ਼ ਆਉਂਦੇ ਆ। ਇਹ ਜੇ ਲੀਡਰ ਅੱਜ ਤੱਕ ਇਹ ਕਹਿੰਦੇ ਆਏ ਕਿ ਕਾਨੂੰਨ ਇਹਨਾਂ ਨਾਲੋਂ ਵਧੀਆ ਤੇ ਹੋ ਹੀ ਨਹੀਂ ਸਕਦੇ, ਤੁਹਾਨੂੰ ਸਮਝਣੇ ਨਹੀਂ ਆਉਂਦੇ, ਉਹ ਪ੍ਰਧਾਨ ਮੰਤਰੀ ਵੀ ਕਹੀ ਜਾਂਦੇ ਆ, ਤੋਮਰ ਵੀ ਕਹੀ ਜਾਂਦਾ, ਪੰਜਾਬ ਦੇ ਲੀਡਰ ਵੀ ਕਹੀ ਜਾਂਦੇ ਆ। ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੀਆਂ ਪਾਰਟੀ ਦੀਆਂ ਮਜਬੂਰੀਆਂ। ਪਰ ਇੱਕ ਗੱਲ ਜਿਹੜੀ ਰੰਧਾਵਾ ਜੀ ਬਹੁਤ ਜ਼ਰੂਰੀ, ਜੇ ਅਸੀਂ ਜੀਣ ਦਾ ਇੱਜ਼ਤ ਨਾਲ ਹੱਕ ਮੰਗਦੇ ਹਾਂ, ਜੇ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਜਿਹੜਾ ਪ੍ਰੋਟੈਸਟ ਕਰਨਾ, ਸਾਡਾ ਫ੍ਰੀ ਸਪੀਚ ਹੋਣਾ, ਆਪਾਂ ਨੂੰ ਕਿਤੇ ਵੀ ਰੈਲੀ ਕਰਨੀ, ਕਿਤੇ ਵੀ ਬੋਲਣਾ, ਕਿਤੇ ਵੀ ਜਾਣਾ, ਇਹ ਸਾਡੇ ਸੰਵਿਧਾਨ ਦੇ ਫੰਡਾਮੈਂਟਲ ਰਾਈਟਸ ਆ, ਮੁੱਢਲੇ ਅਧਿਕਾਰਾਂ 'ਚ ਹੈ ਨਾ ਜੀ। ਤੇ ਫਿਰ ਇਹ ਸਾਰਿਆਂ ਦੇ ਆ, ਇਹ ਮੇਰੇ ਇਕੱਲੇ ਦੇ ਨਹੀਂ ਹੈ, ਉਹ ਤੀਕਸ਼ਣ ਸੂਦ ਦੇ ਵੀ ਹੈਗੇ ਆ, ਉਹ ਪ੍ਰਧਾਨ ਮੰਤਰੀ ਦੇ ਵੀ ਹੈਗੇ ਆ, ਉਹ ਕਿਸੇ ABC ਦੇ ਵੀ ਹੈਗੇ। ਜੇ ਆਪਾਂ ਇਸ ਕਿਸਮ ਦੀ ਪਰੇਸ਼ਾਨੀ ਕਿ ਜਿੱਥੇ ਸਾਡੀਆਂ ਦੁਸ਼ਮਣੀਆਂ ਬਣ ਜਾਣ, ਇਹ ਵੀ ਨਾ ਭੁੱਲੋ, ਭਾਵੇਂ ਉਹ BJP 'ਚ ਆ, ਆਪਾਂ ਉਹਨਾਂ ਨੂੰ ਸਮਝਾ ਕੇ ਆਪਣੇ ਨਾਲ ਲਿਆਉਣਾ ਕਿ ਤੁਸੀਂ ਗਲਤ ਜਗ੍ਹਾ ਬੈਠ ਕੇ, ਤੁਸੀਂ ਤੇ ਪੰਜਾਬੀ ਹੋ, ਤੁਸੀਂ ਗਲਤ ਜਗ੍ਹਾ ਬੈਠ ਗਏ ਜੀ। ਇੱਕ ਸਵਾਲ ਜਿਹੜਾ ਇੱਥੇ ਬਣਦਾ ਸੀਗਾ ਕਿ ਤੀਕਸ਼ਣ ਸੂਦ ਦੀ ਜਿਹੜੀ ਸਟੇਟਮੈਂਟ ਤੇ ਰਿਐਕਟ ਕੀਤਾ ਅੰਦੋਲਨਕਾਰੀਆਂ ਨੇ, ਉਹ ਪਤਾ ਨਹੀਂ ਕੌਣ ਸੀ ਜਾਂ ਕਿਸ ਵਿਚਾਰਧਾਰਾ, ਕਿਸ ਜਥੇਬੰਦੀ ਨਾਲ, ਕਿਸ ਕਿਸਾਨ ਜਥੇਬੰਦੀ ਨਾਲ ਸੀ, ਪਤਾ ਨਹੀਂ, ਲੇਕਿਨ ਜਿਹੜਾ ਉਹਨਾਂ ਦਾ ਰਿਐਕਸ਼ਨ ਸੀ ਕਿ ਤੀਕਸ਼ਣ ਸੂਦ ਨੇ ਕਿਹਾ ਸੀ ਉੱਥੇ ਤਾਂ ਪਿਕਨਿਕ ਮਨਾਉਣ ਜਾਂਦੇ ਆ। ਸੋ BJP ਦੇ ਇਹਨਾਂ ਜਿਹੜੇ ਵੱਡੇ ਆਗੂ ਜਿਨ੍ਹਾਂ ਨੇ ਮੰਤਰਾਲਿਆਂ ਦੇ ਵਿੱਚ ਕੰਮ ਕੀਤਾ ਹੈ, ਉਹਨਾਂ ਨੂੰ ਵੀ ਸਪਸ਼ਟਤਾ ਰੱਖਣੀ ਚਾਹੀਦੀ ਆ ਕਿ ਇੰਨੀ ਠੰਡ, ਇੰਨੀਆਂ ਸਰਦ ਰਾਤਾਂ 'ਚ ਕੌਣ ਘਰ ਛੱਡ ਕੇ ਜਾਂਦਾ ਹੈ। ਕਿੰਨੇ ਕੁ ਲੋਕ ਹਿੰਮਤ ਕਰਦੇ ਆ ਮਹੀਨਿਆਂ ਤੱਕ ਬਾਹਰ ਬੈਠੇ ਰਹਿਣ। ਚੌਥੇ ਮਹੀਨੇ 'ਚ ਇਹ ਦਾਖਲ ਹੋ ਗਏ, ਲੋਕ ਘਰਾਂ ਤੋਂ ਨਿਕਲੇ ਆ। ਅੱਜ 35-36 ਦਿਨ ਹੋ ਗਏ ਦਿੱਲੀ ਦੇ ਵਿੱਚ ਵੀ। ਮੈਨੂੰ ਲੱਗਦਾ ਕਿ ਦੋਨੇ ਧਿਰਾਂ ਕੋਈ ਗਲਤੀ ਹੋ ਰਹੀ ਹੈ, ਕਿਉਂਕਿ ਜਿਹੜੇ ਗਰਮ ਖੂਨ ਵਾਲੇ ਉਹ ਕਿਤੇ ਵੀ ਮਿਲ ਜਾਣਗੇ। ਕੱਲਾ ਰਿਐਕਸ਼ਨ ਨਹੀਂ ਹੋਇਆ, ਪਹਿਲਾਂ ਇਹਦੇ ਇੱਕ ਪੱਖ ਆਇਆ, ਇੱਕ ਸਟੇਟਮੈਂਟ ਆਈ, ਉਹਦੇ ਤੇ ਰਿਐਕਸ਼ਨ ਹੋਇਆ, ਲੇਕਿਨ ਉਸ ਤੋਂ ਬਾਅਦ ਫਿਰ BJP ਵਾਲਿਆਂ ਨੇ ਸਖਤ ਰਿਐਕਸ਼ਨ ਕੀਤਾ। ਮੈਨੂੰ ਲੱਗਦਾ ਉੱਥੇ ਵੀ ਸੰਜਮ ਨਹੀਂ ਵਰਤਿਆ ਗਿਆ, ਗਾਲੋ ਗਾਲੀ ਹੋਏ। ਜਿਹੜੀ ਵੀਡੀਓ ਆ ਰਹੀ ਸੀ, ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਭੂ ਨਹੀਂ ਲੱਗਣਾ ਚਾਹੀਦਾ, ਇਹ ਬੜਾ ਜ਼ਰੂਰੀ ਪੱਖ ਹੈ। ਇਹ ਬਿਲਕੁਲ, ਅਸੀਂ ਅਸ਼ਾਂਤੀ ਕਰਕੇ ਬਹੁਤ ਵਾਰੀ ਦੇਖ ਲਿਆ, 2 ਵਾਰੀ ਬਹੁਤ ਮਾਰ ਖਾਦੀ ਹੈ, ਇਹ ਪਹਿਲੀ ਵਾਰੀ ਆ ਕਿ ਦੇਖੋ ਇੱਕ ਗੱਲ ਮੇਰੇ ਵੀਰਾਂ ਨੂੰ ਇੱਥੇ ਜਿਹੜੇ ਪੰਜਾਬ 'ਚ ਬੈਠੇ ਆ, ਜਿਹੜੇ ਮੂਵਮੈਂਟ ਲੜ ਰਹੇ ਆ, ਪਹਿਲਾਂ ਤੇ ਉਹ ਬਹੁਤ ਸਤਿਕਾਰਿਤ ਹੈਗੇ ਆ, ਬਹੁਤ ਹੀ ਹਿੰਮਤ ਆ, ਇੰਨੀ ਸਾਰੇ ਘਰਾਂ ਦੇ ਕੰਮ ਛੱਡ ਕੇ 100 ਤੋਂ ਵੱਧ ਜਗ੍ਹਾ ਦੇ ਉੱਤੇ ਮੁਜ਼ਾਹਰੇ ਹੋ ਰਹੇ ਆ। ਉਹ ਬਹੁਤ ਹੀ ਇੱਕ ਅਹਿਮ ਦਬਾਅ ਦਾ ਕਾਰਨ ਬਣੇ ਹੋਏ ਆ ਸਰਕਾਰ ਦੇ ਉੱਤੇ, ਦਿੱਲੀ ਵਾਲੇ ਵੀ। ਪਰ ਉਸ ਨੂੰ ਪਿਕਨਿਕ ਕਹਿਣਾ, ਤੁਸੀਂ ਵੀ ਚਲੋ ਜਾ ਕੇ ਸ਼ਾਮਲ ਹੋ, ਪ੍ਰਧਾਨ ਮੰਤਰੀ ਜੀ ਵੀ ਪਿਕਨਿਕ ਮਨਾ ਲੈਣ, ਬਥੇਰਾ ਦੇਸ਼ ਦਾ ਸੇਵਾ ਕਰ ਲਈ ਆ, ਤੋਮਰ ਜੀ ਵੀ ਉੱਥੇ ਆ ਜਾਣ, ਕਿਉਂ ਨਹੀਂ ਆਉਂਦੇ ਭਾਈ? ਉਹ ਪਿਕਨਿਕ ਦਾ ਮਜ਼ਾ ਨਹੀਂ ਲੈਣਾ ਚਾਹੁੰਦੇ? ਇਹ ਸਵਾਲ ਨਹੀਂ ਹੈ, ਗਲਤ ਗੱਲਾਂ ਹੈ। ਗਲਤ ਤਰੀਕੇ ਨਾਲ ਕਿਸੇ ਨੂੰ ਚੜਾਉਣਾ, ਕਿਸੇ ਨੂੰ ਤੁਸੀਂ ਇੱਕ ਪ੍ਰੋਟੈਸਟ ਨੂੰ ਛਟਿਆਉਣਾ ਜਾਂ ਉਸ ਨੂੰ ਉਹਦੇ ਤੇ ਟਾਉਂਟ ਕਰਨੀ, ਇਹ ਗਲਤ ਗੱਲ ਹੈ, ਬਿਲਕੁਲ ਹੀ ਗਲਤ ਗੱਲ ਹੈ। ਪਰ ਉਹਦਾ ਗਲਤ ਗੱਲ ਦਾ ਆਪਾਂ ਜਵਾਬ ਕਿਸੇ ਤਰੀਕੇ ਨਾਲ ਸਾਨੂੰ ਸੋਚ ਕੇ ਦੇਣਾ ਚਾਹੀਦਾ। ਹਰ ਇੱਕ ਚੀਜ਼ ਮਸਲ ਪਾਵਰ ਨਹੀਂ ਹੁੰਦੀ, ਹਰ ਇੱਕ ਤਰੀਕ ਬਰੂਟ ਫੋਰਸ ਜਿਹਨੂੰ ਕਹਿੰਦੇ ਅਸੀਂ, ਉਹੀ ਤੇ ਅਸੀਂ ਪੁਲਿਸ ਦੇ ਵਿਰੁੱਧ ਲੜਦੇ ਹਾਂ, ਉਹੀ ਤੇ ਸਰਕਾਰਾਂ ਦੇ ਵਿਰੁੱਧ ਲੜਦੇ ਹਾਂ। ਜੇ ਅਸੀਂ ਵੀ ਪੁਲਿਸ ਬਣ ਕੇ ਬੈਠ ਜਾਾਂਗੇ ਜਾਂ ਅਸੀਂ ਵੀ ਉਸੇ ਕਿਸਮ ਦੀ ਕਿ ਸਾਡੀ ਮਸਲ ਪਾਵਰ ਜਾਂ ਦਾਦਾਗਿਰੀ ਉਹਨਾਂ ਨੂੰ ਸੂਤਰ ਕਰ ਦੂਗੀ, ਤੇ ਉਹਦੇ ਚ ਸਾਨੂੰ ਜ਼ਿਆਦਾ ਨੁਕਸਾਨ ਹੁੰਦਾ ਆ। ਹੁਣ ਬਠਿੰਡੇ ਵਾਲਾ ਵੀ ਹੈ ਜਿਹੜਾ ਕੁਰਸੀਆਂ ਤੋੜੀਆਂ, ਕਿਸੇ ਨੂੰ ਨਹੀਂ, ਕੋਈ ਰੈਲੀ ਕਰਦਾ, ਮੀਟਿੰਗ ਕਰਦਾ, ਕਰਨ ਦਿਓ। ਤੁਸੀਂ ਜੇ ਪ੍ਰੋਟੈਸਟ ਕਰਨਾ ਤੇ ਉਹਦੇ ਬਾਹਰ ਇੱਕ ਪਾਸੇ ਖੜੇ ਹੋ ਕੇ ਜ਼ਰੂਰ ਕਰੋ, ਕਾਲੀਆਂ ਝੰਡੀਆਂ ਵੀ ਦਿਖਾਓ, ਹੋਰ ਵੀ ਕਰੋ। ਪਰ ਜੇ ਸਾਡਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਤੇ ਉਹਨਾਂ ਦਾ ਮੀਟਿੰਗ ਕਰਨ ਦਾ ਅਧਿਕਾਰ ਹੈ। ਆਪਾਂ ਨੂੰ ਕਈ ਵਾਰੀ ਕਿ ਸਰਕਾਰ ਖੁਦ ਚਾਹੁੰਦੀ ਹੁੰਦੀ ਆ ਕਿ ਕੋਈ ਵਾਇਲੈਂਸ ਹੋ ਜਾਏ, ਉਹਦੇ ਬਹਾਨੇ ਅਸੀਂ ਸਾਰਿਆਂ ਨੂੰ ਘਰੋਂ ਘਰੀ ਮੋੜ ਦਈਏ ਐਨ ਕੁੱਟ ਕਟਾ ਕੇ। ਇਹੋ ਜਿਹਾ ਵਾਇਲੈਂਸ ਜਿਹੜੀ ਆ ਹੁਣ ਕਿਸੇ ਨਾਲ ਵੀ, ਕਿਉਂਕਿ ਸਾਡੇ ਹੱਥ ਗੇਮ ਆ, ਇਸ ਕਰਕੇ ਜੇ ਸਾਡੇ ਹੱਥ ਗੇਮ ਹੈ ਤੇ ਸਾਨੂੰ ਹੀ ਇਸ ਨੂੰ ਸਿਰੇ ਲਾ ਕੇ ਕਿਵੇਂ ਇਹਦੇ ਨੂੰ ਜਿੱਤ ਦੇ ਵਿੱਚ ਬਦਲਣਾ, ਉਹ ਸਾਡੀ ਜ਼ਿੰਮੇਵਾਰੀ ਜ਼ਿਆਦਾ ਆ, ਉਹਨਾਂ ਦੀ ਜ਼ਿੰਮੇਵਾਰੀ ਉਹਦੀ ਨਹੀਂ ਹੈ। ਤੁਹਾਡਾ ਮਤਲਬ ਹੈ ਕਿ ਕਿਸੇ ਦੀ ਲੀਕ ਮਟਾਉਣ ਨਾਲੋਂ ਆਪਣੀ ਲੀਕ ਲੰਬੀ ਖਿੱਚਣੀ ਚਾਹੀਦੀ ਹੈ। ਮੈਂ ਸਰਦਾਰ ਸਾਹਿਬ ਇੱਕ ਹੋਰ ਪਹਿਲੂ ਜਿਹੜਾ ਤੁਹਾਡੇ ਨਾਲ ਮੈਨੂੰ ਇੰਜ ਲੱਗਦਾ ਹੈ ਕਿ BJP ਦੀ ਲੀਡਰਸ਼ਿਪ ਇਹ ਮਹਿਸੂਸ ਕਰਨ ਲੱਗ ਗਈ ਕਿ ਮੈਨੂੰ ਜਦੋਂ ਇਹ 30 ਤਰੀਕ ਵਾਲੀ ਮੀਟਿੰਗ ਹੁੰਦੀ, ਉਸ ਤੋਂ ਬਾਅਦ ਜਿਹੜੀ ਬਾਡੀ ਲੈਂਗੁਏਜ ਤੋਮਰ ਦੀ ਸੀ, ਐਗਰੀਕਲਚਰ ਮਿਨਿਸਟਰ ਦੀ, ਔਰ ਜਾਂਦੇ ਜਾਂਦੇ ਉਹਨਾਂ ਨੇ ਕਿਹਾ ਕਿ ਗੱਲ ਜਿੱਧਰ ਜਾਣੀ ਸੀ ਜਾ ਰਹੀ ਹੈ। ਜਿਹੜੀ ਉਹਨਾਂ ਦੀ ਅਪਰੋਚ ਹੈ ਕਿ ਕਮੇਟੀ ਬਣਾ ਲਈਏ, 2 ਕਾਨੂੰਨ ਜਿਹੜੇ ਆਏ ਨਹੀਂ ਉਹਨਾਂ ਦੇ ਉੱਤੇ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕਰ ਲਈ, ਲੇਕਿਨ ਹੌਲੀ ਹੌਲੀ ਉਹ ਇਸ ਮਸਲੇ ਨੂੰ ਸੁਪਰੀਮ ਕੋਰਟ ਵੱਲ ਖਿੱਚ ਰਹੇ ਆ ਕਿ ਜਦੋਂ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ,
ਇਸ ਵਾਰੀ ਕਮੇਟੀ ਬਣਾਉਣ ਦੀ ਗੱਲ ਸੁਪਰੀਮ ਕੋਰਟ ਕਰੂਗੀ ਤੇ ਅਸੀਂ ਇਹ ਕਵਾਂਗੇ ਕਿ ਅਸੀਂ ਤੇ ਕਿਸਾਨਾਂ ਨੂੰ 4 ਤਰੀਕ ਦੀ ਮੀਟਿੰਗ 'ਚ ਕਮੇਟੀ ਬਣਾਉਣ ਲਈ ਮਨਾਇਆ, ਮੰਨੇ ਨਹੀਂ। ਜੇ ਬਣਾ ਦਿਓਗੇ ਸਾਨੂੰ ਕੋਈ ਮੁਸ਼ਕਲ ਨਹੀਂ। ਔਰ ਉਸ ਸਥਿਤੀ 'ਚ ਬੀਜੇਪੀ ਵਾਲੇ ਇਹ ਕਹਿਣ ਦੀ ਸਥਿਤੀ 'ਚ ਆ ਜਾਣਗੇ ਕਿ ਸਾਡੀ ਹਾਰ ਨਹੀਂ ਹੋਈ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਇਹ ਮੰਨਦੇ ਨਹੀਂ ਸੀ, ਹੁਣ ਸੁਪਰੀਮ ਕੋਰਟ ਦੀ ਮੰਨੀ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਹੌਲੀ ਹੌਲੀ ਇੱਕ ਅੱਧ ਮੀਟਿੰਗ ਤੋਂ ਬਾਅਦ 8 ਤਰੀਕ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਖੁੱਲ ਜਾਊਗੀ ਤੇ ਰਾਹ ਖੁੱਲ ਰਿਹਾ ਕਿ ਕੋਈ ਨਾ ਜਿੱਤੇ ਨਾ ਹਾਰੇ, ਸੁਪਰੀਮ ਕੋਰਟ ਦੇ ਫੈਸਲੇ ਨਾਲ ਸਭ ਠੰਡੌਲਾ ਹੋ ਜੇ ਤੇ ਫਿਰ ਬੀਜੇਪੀ ਉਸੇ ਹੀ ਰੌਂ 'ਚ ਜਿਹਦੇ 'ਚ ਚੱਲਦੀ ਪਈ 6 ਸਾਲਾਂ ਦੀ ਮੋਦੀ ਸਰਕਾਰ ਉਵੇਂ ਹੀ ਸਰਪਟ ਘੋੜਾ ਦੌੜਦਾ ਰਵੇ। ਦੇਖੋ, ਜਿਹੜਾ ਸੁਪਰੀਮ ਕੋਰਟ ਦਾ ਪਹਿਲਾਂ ਸਾਨੂੰ ਸਾਫ਼-ਸਾਫ਼ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਕਿਸਾਨ ਜਥੇਬੰਦੀ ਸੁਪਰੀਮ ਕੋਰਟ ਨੂੰ ਅਪਰੋਚ ਨਹੀਂ ਕਰ ਰਹੀ। ਜੇ ਕਿਸੇ ਨੇ ਪਾਰਟੀ ਬਣਾਉਣਾ, ਇਹ ਕਿਸਾਨ ਜਥੇਬੰਦੀਆਂ ਦੀ ਮਰਜ਼ੀ ਆ, ਉਹਨਾਂ ਨੇ ਪਾਰਟੀ ਬਣਨਾ ਜਾਂ ਨਹੀਂ ਬਣਨਾ, ਉਹ ਉਹਨਾਂ ਨੇ ਜੇ ਉਹ ਆਪ ਜਾਣਗੇ ਫਿਰ ਉਹ ਗੱਲ ਅਲੱਗ ਆ, ਪਰ ਉਹਨਾਂ ਨੇ ਜਾਣਾ ਨਹੀਂ। ਕਿਉਂਕਿ ਇਸ ਵੇਲੇ ਜਿਹੜੀ ਜੰਗ ਆ ਜਾਂ ਯੁੱਧ ਆ, ਜਿਹਨੂੰ ਅੰਦੋਲਨ ਅਸੀਂ ਕਹਿੰਦੇ ਆ ਕਿਸਾਨਾਂ ਦਾ, ਉਹ ਬਹੁਤ ਪੀਕ ਤੇ ਪਹੁੰਚਾ, ਬਹੁਤ ਫੈਲ ਰਿਹਾ, ਬਹੁਤ ਚੜਾਈਆਂ ਤੇ ਆ। ਕੋਰਟਾਂ 'ਚ ਕਿਉਂ ਜਾਵਾਂਗੇ? ਕੋਈ ਨਹੀਂ ਕੋਰਟਾਂ 'ਚ ਜਾਵਾਂਗੇ। ਸਰਕਾਰ ਕਈ ਵਾਰੀ ਆਪਣੀ ਹੈਂਕੜ ਤੋਂ ਥੱਲੇ ਨਹੀਂ ਉਤਰਨਾ ਚਾਹੁੰਦੀ। ਉਹਨਾਂ ਨੂੰ ਇੱਕ ਰਸਤਾ ਜ਼ਰੂਰ ਹੁੰਦਾ ਕਿ ਆਪਣੇ ਪ੍ਰਭਾਵ ਨੂੰ ਇਸਤੇਮਾਲ ਕਰਕੇ ਜੋ ਮੰਗਾਂ ਸਿੱਧੀਆਂ ਨਹੀਂ ਮੰਗਣੀਆਂ, ਕੋਰਟ ਰਾਹੀਂ ਅਨਾਉਂਸ ਕਰਾ ਦੇਣ, ਫਿਰ ਕਹਿ ਦੇਣ ਦੇਖੋ ਜੀ ਹੁਣ ਕੀ ਕਰੀਏ, ਅਸੀਂ ਤੇ ਕੋਰਟ ਦੇ ਜਿਹੜੇ ਆਰਡਰ ਦੀ ਰਿਸਪੈਕਟ ਕਰਦੇ ਆ। ਉਹਨਾਂ ਲਈ ਇਹ ਰਸਤਾ ਹੈ, ਕਿਸਾਨਾਂ ਲਈ ਕੋਰਟ ਕੋਈ ਰਸਤਾ ਨਹੀਂ ਹੈਗੀ। ਕਿਸਾਨ ਤੇ ਯੁੱਧ ਦੇ ਵਿੱਚ ਬੈਠੇ ਆ ਤੇ ਉਹਦੇ ਰਾਹੀਂ ਹੀ ਉਹਨਾਂ ਨੂੰ ਰਸਤਾ ਸੋਚਣਾ ਵੀ ਨਹੀਂ ਚਾਹੀਦਾ, ਕਿਤੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਣਾ ਚਾਹੀਦਾ ਕਿ ਕੋਰਟ ਵੱਲ ਮੂੰਹ ਕਰਨਾ। ਮੈਂ ਪ੍ਰਸ਼ਾਂਤ ਭੂਸ਼ਣ ਹੋਣਾ ਨਾਲ ਗੱਲ ਹੋਈ ਸੀ, ਜਿਹੜੇ ਤੁਹਾਨੂੰ ਪਤਾ ਸੀਨੀਅਰ ਵਕੀਲ ਆ, ਉਹਨਾਂ ਨੇ ਬਿਲਕੁਲ ਇਹ ਗੱਲ ਸਾਫ਼-ਸਾਫ਼ ਕਹੀ ਕਿ ਕੋਈ ਤਰੀਕਾ ਨਹੀਂ ਹੈ ਕਿ ਉੱਥੇ ਸਾਨੂੰ ਕੋਰਟਾਂ ਵੱਲ ਮੂੰਹ ਕਰਨਾ ਚਾਹੀਦਾ ਹੈਗਾ। ਔਰ ਨਾ ਹੀ ਸਰਕਾਰ ਕਿਸੇ ਵੀ ਤਰੀਕੇ ਨਾਲ ਇੰਨੇ ਵੱਡੇ ਹਜੂਮ ਦੇ ਉੱਤੇ ਜਿੱਥੇ ਏਡੇ ਵੱਡੇ ਸ਼ਹਿਰ ਵਸ ਚੁੱਕੇ ਆ, ਉਹਨਾਂ ਤੇ ਕੋਈ ਵੀ ਹਮਲਾ ਕਰਨ ਦੀ ਜੁਰਤ ਕਰ ਸਕਦੀ ਹੈ। ਇਸ ਲਈ ਇੱਕੋ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਪਊਗਾ ਕਿ ਅਸੀਂ ਸ਼ਾਂਤਮਈ ਰਹੀਏ। ਜਿੱਥੋਂ ਤੱਕ ਹੁਣ 4 ਤਰੀਕ ਨੂੰ ਕੋਰਟਾਂ ਖੁੱਲ ਜਾਣੀਆਂ ਆ ਜੀ, ਹੋਰ 2 ਦਿਨਾਂ ਨੂੰ ਠਹਿਰ ਕੇ ਵਿੰਟਰ ਵੇਕੇਸ਼ਨ ਓਵਰ ਹੋ ਜਾਣੀ ਹੈ ਤੇ 4 ਤਰੀਕ ਦੀ ਹੀ ਰੰਧਾਵਾ ਜੀ ਮੀਟਿੰਗ ਰੱਖੀ ਆ 2 ਵਜੇ ਵਿਗਿਆਨ ਭਵਨ 'ਚ। ਤੇ ਹੋ ਸਕਦਾ, ਮੈਨੂੰ ਵੀ ਇਹ ਸ਼ੱਕ ਲੱਗਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਕੋਰਟ ਨੇ ਕਿਹਾ ਸੀ ਕਿ 4 ਕਾਨੂੰਨ ਸਸਪੈਂਡ ਕਰ ਦਿਓ, ਤਿੰਨੇ ਕਾਨੂੰਨ ਸਸਪੈਂਡ ਕਰ ਦਿਓ, ਤੇ ਜਿਹੜਾ ਚੌਥੇ ਵਾਲੇ ਤੇ ਰੇੜਕਾ ਜੇ ਬਹੁਤ ਭਾਰੀ ਤੇ ਬਹੁਤ ਵੱਡਾ ਰੇੜਕਾ ਪੈਣਾ, ਉਹ ਸਭ ਤੋਂ ਅਹਿਮ ਗੱਲ ਆ, ਕਿਉਂਕਿ ਉਹ ਸਾਰੇ ਦੇਸ਼ ਤੇ ਲਾਗੂ ਹੋਣੀ ਆ। ਕਿਉਂਕਿ MSP ਬਹੁਤ ਥੋੜੇ ਲੋਕਾਂ ਨੂੰ ਮਿਲਦੀ ਹੈ। ਜਿਹੜੀ MSP ਦੀ ਮੰਗ ਕਰ ਰਹੇ ਆ ਨਾ ਕਿ ਉਹ ਸਾਰੇ ਦੇਸ਼ ਦੇ ਵਿੱਚ ਐਜ਼ ਏ ਮੈਟਰ ਆਫ ਰਾਈਟ, ਲੋਕਾਂ ਦਾ ਹੱਕ ਦੇ ਤੌਰ ਤੇ ਉਹ ਮਿਲਣੀ ਚਾਹੀਦੀ ਹੈ। ਜਿਵੇਂ ਵਰਕਰਾਂ ਨੂੰ, ਮਜ਼ਦੂਰਾਂ ਨੂੰ ਮਿਨੀਮਮ ਜਿਹੜਾ ਆਪਣੀ ਵੇਜ ਮਿਲਦੀ ਹੈ, ਮਿਨੀਮਮ ਵੇਜ ਦਾ ਐਕਟ ਬਣਿਆ ਕਿ ਇੰਨਾ ਹਰ ਕਿਸੇ ਨੇ ਦੇਣਾ ਹੀ ਦੇਣਾ, ਪ੍ਰਾਈਵੇਟ ਹੋਵੇ ਪਬਲਿਕ ਸੈਕਟਰ ਹੋਵੇ। ਇਸੇ ਤਰੀਕੇ ਨਾਲ ਉਹਨਾਂ ਦੀ ਜਿਣਸ ਕੋਈ ਵੀ ਖਰੀਦੇ, ਉਹ FCI ਖਰੀਦੇ, ਸਟੇਟ ਗਵਰਨਮੈਂਟ ਖਰੀਦੇ ਜਾਂ ਕੋਈ ਪ੍ਰਾਈਵੇਟ ਅਦਾਰਾ ਖਰੀਦੇ, ਉਹ ਉਹਨਾਂ ਕਾਨੂੰਨ ਬਣਵਾਉਣਾ ਚਾਹੁੰਦੇ ਆ ਕਿ MSP ਤੋਂ ਥੱਲੇ ਕੋਈ ਵੀ ਸਾਡੀ ਖਰੀਦਦਾਰ ਨਹੀਂ ਕਰੂਗਾ। ਜਿਹੜਾ ਕਰੂਗਾ ਉਸ ਨੂੰ ਪਿਨਲਾਈਜ਼ ਕੀਤਾ ਜਾਊਗਾ, ਉਹਨੂੰ ਜੇਲ੍ਹ ਦੇ ਅੰਦਰ ਸੁੱਟਿਆ ਜਾਊ ਜਾਂ ਜੋ ਵੀ ਕਾਨੂੰਨੀ ਕਾਰਵਾਈ ਉਹਦੇ ਤੇ ਕੀਤੀ ਜਾਊਗੀ। ਇਹੋ ਜੀ ਜਿਹੜੀ ਮੰਗ ਹੈ। ਪ੍ਰੋਫੈਸਰ ਸਾਹਿਬ, ਇਸ ਮਾਮਲੇ 'ਚ ਕੋਈ ਵੀ ਗਵਰਨਮੈਂਟ, ਕੋਈ ਵੀ ਕੇਂਦਰ ਦੀ ਸਰਕਾਰ ਪੂਰੇ ਦੇਸ਼ ਵਿੱਚ MSP ਲਾਗੂ ਕਰਨ ਦੀ ਸਥਿਤੀ 'ਚ ਹੁੰਦੀ ਹੈ ਆਰਥਿਕ ਤੌਰ ਤੇ? ਇਹ ਵੀ ਵੱਡਾ ਸਵਾਲ ਹੈ। ਗਵਰਨਮੈਂਟ ਇਸ ਸੱਪ ਮਰਿਆ ਹੋਇਆ ਆਪਣੇ ਗਲ 'ਚ ਕਿਉਂ ਪਾਊਗੀ? ਪੰਜਾਬ ਦੇ ਕਿਸਾਨਾਂ ਨੂੰ ਇਹ ਲੜਾਈ, ਦੇਸ਼ ਦੀ ਇਹ ਲੜਾਈ ਲੜਨੀ ਚਾਹੀਦੀ। ਜਿਵੇਂ ਅਸੀਂ ਐਮਰਜੈਂਸੀ ਦੀ ਲੜਾਈ ਲੜ ਕੇ ਇਤਿਹਾਸ ਤੇ ਬਣਾ ਲਿਆ, ਲੇਕਿਨ ਘਰ ਮੁੜ ਕੇ ਸਾਡਾ ਨੁਕਸਾਨ ਚ ਆਇਆ, ਅਸੀਂ ਬੜਾ ਕੁਝ ਸਿਆ। ਇੱਥੇ ਇਹ ਵੀ ਸਵਾਲ ਆ ਕਿ ਜੇ ਦੇਖੋ ਸੁਪਰੀਮ ਕੋਰਟ ਕੋਈ ਫੈਸਲਾ ਧਿਰ ਬਣਾਏ ਬਿਨਾਂ ਦਿੰਦੀ ਆ, ਜੇਕਰ ਸੁਪਰੀਮ ਕੋਰਟ ਉਸ ਜਿਹੜੇ ਕਾਨੂੰਨ ਨੇ ਉਹਨਾਂ ਤੇ ਰੋਕ ਲਾ ਦਿੰਦੀ ਤੇ ਕਮੇਟੀ ਬਣਾਉਣ ਲਈ ਕਿਸਾਨਾਂ ਨੂੰ ਕਹਿ ਦਿੰਦੀ, ਕੀ ਕਿਸਾਨਾਂ ਨੂੰ ਪਾਬੰਦੀ ਹੋਊਗੀ ਉਹਨੂੰ ਮੰਨਣ ਦੀ? ਦੂਜਾ ਰਾਹ ਕੀ ਬਚੂਗਾ? ਜੇ ਸੁਪਰੀਮ ਕੋਰਟ ਤੋਂ ਕੋਈ ਪਹਿਲੀਆਂ ਪਟੀਸ਼ਨਾਂ ਦੇ ਆਧਾਰ ਤੇ ਫੈਸਲਾ ਆ ਜਾਂਦਾ, ਜੇਕਰ ਪਹਿਲੀਆਂ ਪਟੀਸ਼ਨਾਂ ਦੇ ਆਧਾਰ ਤੇ ਕੋਈ ਫੈਸਲਾ ਆਉਂਦਾ ਤੇ ਅੰਦੋਲਨ ਦੀ ਰੂਪਰੇਖਾ ਕੀ ਹੋਊਗੀ? ਲੋਕਾਂ ਨੂੰ ਉੱਠਣਾ ਪੈ ਸਕਦਾ, ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਦੀ ਸਥਿਤੀ 'ਚ ਕੀ ਬਣ ਸਕਦਾ? ਇਹ ਸਾਰੀਆਂ ਸਥਿਤੀਆਂ ਵੀ ਆਪਾਂ ਨੂੰ ਦੇਖਣੀਆਂ ਬਣਦੀਆਂ। ਨਹੀਂ ਰੰਧਾਵਾ ਜੀ, ਕੋਈ ਇਹੋ ਜੀ ਗੱਲ ਨਹੀਂ ਹੈਗੀ। ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਕਿਉਂਕਿ ਪਾਰਟੀ ਨਹੀਂ ਹੈ, ਅਸੀਂ ਤੇ ਸੰਘਰਸ਼ ਵਿੱਚ ਆ। ਅਸੀਂ ਦਾ ਮਤਲਬ ਜਿਹੜੀਆਂ ਕਿਸਾਨ ਯੂਨੀਅਨਾਂ ਸਾਰੀਆਂ, ਤੇ ਉਹਨਾਂ ਨੂੰ ਕੋਈ ਵੀ ਕਿ ਉਹ ਜ਼ਰੂਰੀ ਨਹੀਂ ਹੈ ਕਿ ਜੋ ਸੁਪਰੀਮ ਕੋਰਟ ਤੀਜੇ ਬੰਦੇ ਨੇ ਕੋਈ ਫੈਸਲਾ ਕਰਤਾ ਤੇ ਇਹ ਵੀ ਉਹਨਾਂ ਨੂੰ ਮੰਨਣ ਕਿ ਨਹੀਂ ਇਹ ਸਾਨੂੰ ਫੈਸਲਾ ਮਨਜ਼ੂਰ ਹੈਗਾ। ਜਿਹੜੇ ਗਏ ਆ ਉਹ ਮੰਨਣ, ਦੂਜੇ ਆਪਣਾ ਇਹ ਦੇਖੋ, ਇਹ ਗੱਲ ਹੁਣ ਸੁਪਰੀਮ ਕੋਰਟ ਦੀ ਨਹੀਂ, ਇਹ ਲਾਰਜਰ ਜਸਟਿਸ ਦੀ ਗੱਲ ਹੈ। ਕਮੇਟੀ ਉਹਨਾਂ ਨੇ ਤੇ ਕਹਿਤਾ ਸੀ ਕਮੇਟੀ ਦੇ ਵਿੱਚ ਪੀ ਸਾਈਨਾਥ ਵੀ ਆਊਗਾ, ਬੜਾ ਉਹਨਾਂ ਨੂੰ ਪਰਸੂਏਟ ਕਰਨ ਦੀ ਕੋਸ਼ਿਸ਼ ਕੀਤੀ ਸੁਪਰੀਮ ਕੋਰਟ ਨੇ ਪਿਛਲੀ ਵਾਰੀ। ਤੇ ਤੁਹਾਨੂੰ ਪਤਾ ਹੀ ਹੈ ਪੀ ਸਾਈਨਾਥ ਤੇ ਬਿਲਕੁਲ ਕਿਸਾਨਾਂ ਦੇ ਹਰਮਨ ਪਿਆਰੇ ਜਿਹੜੇ ਇੰਟੈਲੈਕਚੁਅਲ ਹੈਗੇ ਆ,
ਇਸ ਕਿਸਮ ਦੇ ਸਾਰੇ ਉਹਨਾਂ ਨੇ ਦਾਣਾ ਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਅਸੀਂ ਕੋਈ ਨਹੀਂ ਹੈਗੇ ਕਿ ਇਹਦੇ ਤੇ ਕੋਈ ਫੈਸਲਾ ਲਈਏ। ਮੈਂ ਤੇ ਆਪਣੇ ਵਿਚਾਰ ਇਹ ਦੱਸਦਾ ਕਿ ਇਹ ਜੇ ਸਾਨੂੰ ਸੂਟ ਕਰੂਗਾ, ਯਾਨੀ ਕਿਸਾਨ ਜਥੇਬੰਦੀਆਂ ਨੂੰ, ਵੀਰਾਂ ਨੂੰ ਜਿਹੜੇ ਉੱਥੇ ਹੈਗੇ ਆ, ਜੋ ਜਿਸ ਤਰ੍ਹਾਂ ਹੋਊਗਾ ਫਿਰ ਉਹ ਮੰਨਣਗੇ, ਨਹੀਂ ਤੇ ਉਹ ਤੇ ਬਾਰਗੇਨ ਕਰਨਗੇ। ਉਹ ਕਹਿਣਗੇ ਅਸੀਂ ਇਦੋਂ ਘੱਟ ਥੱਲੇ ਨਹੀਂ ਜਾਣਾ ਹੈਗਾ। ਉਹਦਾ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਆ ਕਿ ਮਰਿਆ ਸੱਪ, ਇਹ ਮਰਿਆ ਸੱਪ ਨਹੀਂ ਹੈ ਵੀਰ। ਇਹ ਤੁਸੀਂ ਥੋੜੀ ਜੀ ਜ਼ਿਆਦਤੀ ਇਹ ਸ਼ਬਦ ਵਰਤ ਲਏ ਆ ਵੀ ਤੁਹਾਡਾ ਮਤਲਬ ਇਹ ਕਹਿਣ ਦਾ ਕਿ ਜਿੱਥੇ ਉਹ ਦਿੰਦੇ ਹੀ ਨਹੀਂ ਹੈ ਪਹਿਲਾਂ MSP, ਤੇ ਉੱਥੇ ਕੀ ਲੋੜ ਹੈਗੀ MSP ਲਾਗੂ ਕਰਨ ਦੀ? ਗਵਰਨਮੈਂਟ ਲਈ ਮਰਿਆ ਸੱਪ, ਗਵਰਨਮੈਂਟ ਲਈ ਕਹਿ ਰਿਹਾ, ਬਿਲਕੁਲ ਉਹਨਾਂ ਲਈ ਮਰਿਆ ਸੱਪ। ਰੰਧਾਵਾ ਜੀ, ਮੈਂ ਗਵਰਨਮੈਂਟ ਲਈ ਕਹਿ ਰਿਹਾ। ਇਹ ਦੇਸ਼ ਇੱਕ ਵੈਲਫੇਅਰ ਸਟੇਟ ਹੈਗੀ ਆ, ਇਹ ਡੈਮੋਕ੍ਰੈਟਿਕ ਰਿਪਬਲਿਕ ਹੈ ਜਿਹਦੇ ਵਿੱਚ ਸੋਸ਼ਲਿਜ਼ਮ ਦਾ ਵੀ ਉੱਥੇ ਸ਼ਬਦ ਪ੍ਰੀਐਂਬਲ ਦੇ ਵਿੱਚ ਪਾਇਆ ਹੋਇਆ। ਤੇ ਜੇ ਤੁਸੀਂ ਵੈਲਫੇਅਰ ਸਟੇਟ ਦੇ ਵਿੱਚ ਕਿਸਾਨੀ ਨੂੰ ਖਦੇੜ ਕੇ ਚਾਹੁੰਦੇ ਆ ਕਿ ਵੈਸਟਰਨ ਸੁਸਾਇਟੀਆਂ ਵਾਂਗੂ ਅਸੀਂ ਸ਼ਹਿਰ ਵੱਡੇ ਵੱਡੇ ਵਸਾਉਣੇ ਆ ਤੇ ਪਿੰਡਾਂ ਚੋਂ ਅਖਾੜ ਦੇਣੇ ਆ ਤੇ ਜ਼ਮੀਨਾਂ ਅਸੀਂ ਕੁਝ ਕੁ ਲੋਕਾਂ ਨੂੰ ਦੇ ਦੇਣੀਆਂ ਪ੍ਰਾਈਵੇਟਾਂ ਨੂੰ, ਇਹ ਨਹੀਂ ਚੱਲੂਗਾ। ਉਹ ਇਸ ਲਈ ਭਾਵੇਂ ਦੇਖੋ, ਇਹ ਤੇ ਤੁਹਾਨੂੰ ਬੜੀ ਮਾਣ ਵਾਲੀ ਗੱਲ ਆ, ਬਹੁਤ ਹੀ ਇੱਕ ਨਵਾਂ ਇਤਿਹਾਸ ਪੰਜਾਬ ਦਾ ਰਣਜੀਤ ਸਿੰਘ ਤੋਂ ਬਾਅਦ ਤੁਸੀਂ ਰਚਨਾ ਸ਼ੁਰੂ ਕੀਤਾ। ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਪਾਂ ਸਭ ਤੋਂ ਪਹਿਲਾਂ ਆਵਾਜ਼ ਉਠਾਈ, ਸਾਰਾ ਦੇਸ਼ ਇਹਦੇ ਤੇ ਮੋਬਿਲਾਈਜ਼ ਹੋ ਰਿਹਾ। ਉਹ ਸਾਡੇ ਸਾਰੇ ਭਰਾ ਆ, ਭਾਵੇਂ ਹਿੰਦੂ, ਮੁਸਲਮਾਨ, ਕ੍ਰਿਸਚੀਅਨ, ਬੋਧੀ, ਸਾਰੇ ਤੁਹਾਨੂੰ ਦੇਖੋ ਜਾ ਕੇ ਬੋਧੀ ਵੀ ਪ੍ਰੋਟੈਸਟ ਕਰ ਰਹੇ ਆ। ਇਹ ਤਾਂ ਹੀ ਆ ਕਿ ਅਸੀਂ ਬਹੁਤ ਹੀ ਸਾਰੇ ਸਮੁੱਚੇ ਮਾਨਵਤਾ ਦੀ ਆਵਾਜ਼ ਨੂੰ ਲੈ ਕੇ ਅੱਗੇ ਚੱਲੇ ਆ। ਸਾਡੇ ਲਈ ਦੇਸ਼ ਨਹੀਂ ਹੈ, ਸਾਡੇ ਲਈ ਮਾਨਵਤਾ ਆ। ਉਹ ਭਾਵੇਂ ਆਪਣੇ ਹੋਣ, ਬੰਗਲਾਦੇਸ਼ੀ ਹੋਣ, ਨੇਪਾਲੀ ਹੋਣ, ਇਸ ਚੀਜ਼ ਨੂੰ ਅੱਗੇ ਲੈ ਕੇ, ਜਿਹਨੂੰ ਇਹ ਪਿਕਨਿਕ ਕਹਿ ਰਹੇ ਆ, ਬੜੇ ਅਫਸੋਸ ਦੀ ਗੱਲ ਹੈ ਉਹਨਾਂ ਦੀ ਸਮਝ ਨਹੀਂ ਹੈਗੀ, ਛੋਟੀ ਸਮਝਿਆ ਉਹਨਾਂ ਨੂੰ। ਜਿਹੜੇ ਆਪਣੇ ਤਿਕਸ਼ਨ ਸੂਰ ਜਾਂ ਹੋਰ ਜਿਹਨੇ ਵੀ ਕਿਹਾ, ਉਹਨਾਂ ਨੂੰ ਇਹ ਸੋਚ ਜਿਹੜੀ ਆ ਵੱਡੀ ਕਰਨੀ ਚ ਪਊਗੀ। ਇਸ ਲਈ ਸਰਕਾਰ ਇਸ ਵੇਲੇ ਕੀ ਕਹਿ ਰਹੀ ਹੈ ਕਿ ਦੇਖੋ ਜੀ ਅਸੀਂ ਤੇ ਇਹ ਦੇ ਨਹੀਂ ਸਕਦੇ। ਕਿਉਂ ਬਈ? ਇਸ ਕਰਕੇ ਕਿ ਸਾਨੂੰ 17 ਲੱਖ ਕਰੋੜ ਰੁਪਈਆ ਖਰਚਣਾ ਪਊਗਾ ਇੰਨਾ ਵੱਡੇ ਪੱਧਰ ਤੇ ਅਨਾਜ ਖਰੀਦਣ ਲਈ। ਇਹ ਗਲਤ ਕਹਿ ਰਹੇ ਆ, ਬਿਲਕੁਲ ਹੀ ਗਲਤ ਕਹਿ ਰਹੇ ਆ। ਇਸ ਵੇਲੇ ਲੱਖ, ਸਵਾ ਲੱਖ, ਮੇਰਾ ਖਿਆਲ 1.5 ਲੱਖ, ਇੰਨਾ ਕੁ ਵੱਧ ਤੋਂ ਵੱਧ ਖਰਚ ਆਉਂਦਾ ਹੋਊਗਾ। ਜੇ ਜਿੰਨੀਆਂ ਕੁ ਹੋ ਰਿਹਾ, 1.5 ਲੱਖ ਹੋਰ ਬਣ ਕੇ 3 ਲੱਖ ਕਰੋੜ ਰੁਪਏ ਚ ਸਾਰੇ ਇੰਡੀਆ ਦੇ ਫਾਰਮਰਸ ਨੂੰ, ਜੋ ਆਪਣਾ ਅਨਾਜ ਲੈ ਕੇ ਆ ਰਹੇ ਆ, ਉਹਨਾਂ ਨੂੰ ਕਾਫੀ ਵੱਡੀ ਰਾਹਤ ਮਿਲ ਸਕਦੀ ਹੈ। 17 ਲੱਖ ਕਰੋੜ ਦਾ ਅੰਕੜਾ ਸਾਨੂੰ ਦੱਸਣ ਕਿੱਥੋਂ ਆਉਂਦਾ? ਬਿਲਕੁਲ ਝੂਠ ਹੈ, ਇਹਦੇ ਵਿੱਚ ਕੱਖ ਨਹੀਂ ਹੈਗਾ, ਗਲਤ ਕਹਿ ਰਿਹਾ ਹੈ। ਦੂਜੀ ਗੱਲ ਕਿ ਵੈਸੇ ਵੀ ਜਦੋਂ ਹੋਰ ਕੋਈ ਤਰੀਕਾ ਬਚਿਆ ਹੀ ਨਹੀਂ, ਔਰ ਅਰਬਨ ਲਾਈਫ ਦਾ ਜੋ ਪਹਿਲਾਂ ਹੀ ਅਸੀਂ ਹਾਲ ਦੇਖਦੇ ਹਾਂ, ਇਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਪਿੰਡਾਂ 'ਚ ਵਸੇ ਰਹਿਣ, ਉਹਨਾਂ ਨੂੰ ਉਜਾੜੋ ਨਾ। ਕਿਉਂਕਿ ਸ਼ਹਿਰ ਤੇ ਪਹਿਲਾਂ ਸਾਡੇ ਓਵਰ ਕਰਾਊਡਡ ਆ, ਉੱਥੇ ਕੋਈ ਜੀਵਨ ਨਹੀਂ। ਦਿੱਲੀ 'ਚ ਕੋਈ ਅੱਜ ਜਾਣਾ ਚਾਹੂਗਾ ਜੋ ਦਿੱਲੀ ਦਾ ਹਾਲ ਆ? ਇਹ ਤੇ ਸਭ ਤੋਂ ਦੇਸ਼ ਦੀ ਕੈਪੀਟਲ ਆ ਨਾ, ਜਿਹੜੀ ਅੱਧੇ ਲੋਕ ਬਿਮਾਰੀਆਂ ਨਾਲ ਮਰ ਰਹੇ ਆ। ਇਹ ਸ਼ਹਿਰੀਕਰਨ ਨੂੰ ਛੱਡੋ, ਪਿੰਡਾਂ ਨੂੰ ਵਸਾ ਕੇ ਰੱਖਣਾ। ਤੀਜੀ ਗੱਲ ਮੈਂ ਇਹ ਕਹੂੰਗਾ, ਹੁਣੇ ਹੀ ਕੱਲ ਵੀ ਬਿਆਨ ਆਇਆ, ਉਹ ਆਇਆ ਕਾਂਗਰਸ ਦੇ ਜਿਹੜੇ ਪਹਿਲਾਂ ਪ੍ਰਧਾਨ ਸੀਗੇ, ਉਹ ਹੁਣ ਜਿਹੜੇ ਉਹਨਾਂ ਦੇ ਗਾਂਧੀ ਜੀ ਦਾ, ਇਹ ਯੰਗ ਮੁੰਡੇ ਦਾ, ਉਹਨਾਂ ਦੇ ਬਿਆਨ ਦੇ ਵਿੱਚ ਉਹਨਾਂ ਕਿਹਾ ਕਿ 2,37,000 ਕਰੋੜ ਰੁਪਈਆ ਕਾਰਪੋਰੇਟ ਦਾ ਹੁਣੇ ਮਾਫ ਕਰਤਾ। ਜੇ ਵੀ ਇੰਨਾ ਪੈਸਾ NPA ਦੇ ਨਾਂ ਤੇ, ਨਾਨ ਪਰਫਾਰਮਿੰਗ ਐਸੈਟ ਦੇ ਨਾਂ ਤੇ, ਜੇ ਤੁਸੀਂ ਕਾਰਪੋਰੇਟਾਂ ਨੂੰ ਉਂਝ ਹੀ ਮਾਫ ਕਰ ਦਿੰਦੇ ਆ, ਤੇ ਤੁਸੀਂ ਕਿਸਾਨਾਂ ਨੂੰ ਪਹਿਲਾਂ ਕਰਜ਼ੇ ਚੋਂ ਤੇ ਕੱਢ ਦਿਓ। ਇੰਨੇ ਪੈਸੇ ਦੇ ਨਾਲ ਹੀ 2.5 ਲੱਖ ਕਰੋੜ 2 ਲੱਖ ਕਰੋੜ ਰੁਪਈਆ ਨਾਲ ਸਾਰੇ ਦੇਸ਼ ਦੇ ਜਿਹੜੇ ਕਿਸਾਨ ਆ ਉਹ ਹਰ ਕਿਸਮ ਦੇ ਕਰਜ਼ੇ ਤੋਂ ਮੁਕਤ ਹੋ ਸਕਦੇ ਆ, ਤੇ ਉਹ ਕਰੋ। ਦੂਜੇ ਸਟੈਪ ਦੇ ਵਿੱਚ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇਖੋ। ਇਹਦਾ ਰਿਜ਼ਲਟ ਇਹ ਨਿਕਲੂਗਾ, ਮੈਂ ਮਾੜੀ ਮੋਟੀ ਇਕਨੋਮਿਕਸ ਪੜ੍ਹਦਾ ਆ, ਕਿ ਦੇਸ਼ ਦੇ ਅੰਦਰ ਡਿਮਾਂਡ ਵਧੂਗੀ ਤੇ ਪ੍ਰੋਡਕਸ਼ਨ ਵਧੂਗੀ ਕਿ ਦੇਸ਼ ਦਾ ਫਿਰ $5 ਟ੍ਰਿਲੀਅਨ ਦਾ ਸੁਪਨਾ ਮੋਦੀ ਜੀ ਦਾ ਪੂਰਾ ਹੋਊਗਾ। ਜੇ ਕਾਰਪੋਰੇਟਾਂ ਦੇ ਹੱਥ ਪੈਸਾ ਸਾਰਾ ਫੜਾ ਕੇ, ਉਹਨਾਂ ਨੂੰ ਮਾਫੀਆਂ ਕਰਕੇ ਲੋਕਾਂ ਨੂੰ ਭੁੱਖੇ ਮਾਰੋਗੇ, ਮਾਰਕੀਟ ਕਿੱਥੇ ਰਹੂਗੀ? ਲੋਕ ਤੇ ਰੋਟੀ ਤੋਂ ਆਤਰ ਹੋ ਜਾਣਗੇ। ਜੇ ਮਾਰਕੀਟ ਨਹੀਂ ਰਹੂਗੀ, ਤੁਸੀਂ ਭੁੱਲ ਜਾਓ, ਜਿਹੜੀ ਹੁਣ ਜਿਸ ਤਰੀਕੇ ਨਾਲ ਇਕਨੋਮੀ ਚੱਲ ਰਹੀ ਹੈ, ਇਹ ਬਹੁਤ ਹੀ ਥੱਲੇ ਹੋਰ ਚਲੇ ਜਾਊਗੀ। ਉਹਨਾਂ ਨੂੰ ਬੇਸਿਕ ABC ਪਤਾ ਨਹੀਂ ਕਿਉਂ ਨਹੀਂ ਸਾਡੇ ਮੋਦੀ ਜੀ ਨੂੰ ਸਮਝ ਪੈਂਦੀ ਕਿ ਇਹ ਜਿਹੜੀ ਇਕਨੋਮਿਕਸ ਦੀ ਹੈ ABC ਘੱਟੋ ਘੱਟ ਜ਼ਰੂਰ ਸਮਝ ਲੈਣ। ਹਾਂਜੀ ਰੰਧਾਵਾ ਜੀ। ਅੱਛਾ, ਇੱਕ ਲਾਸਟ ਸਵਾਲ ਹੈ, ਗਵਰਨਮੈਂਟ ਐਸਕੇਪ ਰੂਟ ਭਾਲਦੀ ਪਈ ਆ? ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਐਟੀਟਿਊਡ ਨਜ਼ਰ ਆ ਰਿਹਾ, ਪਿੱਛਾ ਛਡਾਉਣਾ ਚਾਹ ਰਹੇ ਆ, ਜਿੱਥੋਂ ਉਹਨਾਂ ਨੂੰ ਮਾਮੂਲੀ ਰਾਹਤ ਮਿਲੂਗੀ ਨਿਕਲ ਕੇ ਬਚਣਾ ਚਾਹਣਗੇ, ਜਿਵੇਂ ਸੁਪਰੀਮ ਕੋਰਟ ਹੀ ਹੈ, ਗਵਰਨਮੈਂਟ ਚਾਹੂਗੀ ਕਿ ਉਹਨਾਂ ਨੂੰ ਵਿਚਲਾ ਰਸਤਾ ਨਿਕਲ ਜੇ, ਔਰ ਇਹ ਜਿਹੜੀ ਇਸ ਵੇਲੇ ਹਾਰ ਦੀ ਸਥਿਤੀ ਚ ਹੈ, ਗਵਰਨਮੈਂਟ ਲਗਾਤਾਰ ਗਲਤ ਫੈਸਲੇ ਕਰਕੇ, ਔਰ ਅਣਮੰਨੇ ਜਿਹੜੇ ਲੋਕਾਂ ਦੇ ਕਾਨੂੰਨ ਨੇ, ਕਿਸੇ ਨੇ ਨਹੀਂ ਮੰਨੇ ਹੁਣ ਤੱਕ, ਉਹ ਲਗਾਤਾਰ ਆਉਂਦੇ ਰਹੇ ਆ ਤੇ ਕਿਧਰੋਂ ਪ੍ਰੋਟੈਸਟ ਨਹੀਂ ਹੋਇਆ। ਸ਼ਹੀਨ ਬਾਗ ਵਾਲਾ ਵੀ ਕਰੋਨਾ ਚ ਰੁਲ ਗਿਆ।
ਸੋ ਇਸ ਵੇਲੇ ਜਿਹੜੀ ਸਥਿਤੀ ਹੈ ਇਹਦੇ ਚੋਂ ਗਵਰਨਮੈਂਟ ਨਿਕਲਣਾ ਚਾਹੂਗੀ, ਅਕਸ ਬਚਾਉਣਾ ਚਾਹੂਗੀ। ਗੌਰਮੈਂਟ ਦੀ ਤੇ ਨਾਨੀ ਦਾਦੀ ਵੀ ਜਿਹੜੀ ਹੈ ਨਾ ਉਹ ਵੀ ਨਿਕਲਣਾ ਚਾਹੂਗੀ। ਮੈਂ ਕਿਉਂ ਕਹਿ ਰਿਹਾ, ਆ ਹਰਿਆਣੇ ਦੀਆਂ ਹੁਣੇ ਕਾਰਪੋਰੇਸ਼ਨ ਦੇ ਚੋਣਾਂ ਦੇ ਰਿਜ਼ਲਟ ਆ ਗਏ, ਦੇਖ ਪਿਆ ਅਰਬਨ ਵੋਟਰ ਵੀ ਉਹਨਾਂ ਦੇ ਨਾਲ ਨਹੀਂ ਰਹੇ, ਔਰ ਤਾਂ ਬਿਲਕੁਲ ਹੁੰਜਾ ਹੀ ਫਿਰ ਜਾਣਾ ਸੀ ਜੇ ਕਾਂਗਰਸ ਥੋੜੀ ਜਿਹੀਆਂ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿੰਦੀ, ਜਿਹੜੀ ਇੱਕ ਦੂਜੇ ਨਾਲ ਖਰੀਦੋ ਫਰੋਖਤ ਵਿੱਚ ਆ ਜਾਣਾ ਜਾਂ ਹੋਰ ਆ ਜਾਣਾ। ਪੰਚਕੂਲੇ 'ਚ ਵੀ ਇਹਨਾਂ ਦਾ ਬਿਸਤਰਾ ਵਲੇਟਿਆ ਜਾਣਾ ਸੀ। ਉਹ ਡਰੇ ਹੋਏ ਆ, ਉਹ ਸਾਰੇ ਦੇਸ਼ 'ਚੋਂ ਵਲੇਟਿਆ ਜਾਊ। ਇਹ ਕਿਸਾਨੀ ਹੈਗੀ ਆ ਜਿਹੜੀ 50% ਤੋਂ ਵੱਧ ਵੋਟਾਂ ਲੈ ਕੇ ਬੈਠੀ ਹੋਈ ਆ। ਇਹ ਤੇ ਇਹਨਾਂ ਦਾ ਇਹੋ ਜਿਹਾ ਪੱਠਾ, ਜਿਵੇਂ ਕਹਿ ਰਹੇ ਸੀ ਗੁੱਡੀ ਤਾਂ ਨੂੰ ਚੜੀ ਹੈ 7ਵੇਂ ਸਮਾਨ ਤੇ, ਇਹ ਹੁਣ ਬਿਲਕੁਲ ਖੂਹ 'ਚ ਸੁੱਟ ਦੇਣਗੇ ਗੁੱਡੀ ਨੂੰ, ਚੱਕ ਕੇ ਧਰਤੀ ਤੇ ਵੀ ਨਹੀਂ ਰਹਿਣ ਦੇਣਗੇ। ਕਿਸਾਨ ਡਰੀ ਹੋਈ ਹੈ, ਬਿਲਕੁਲ ਡਰੀ ਹੋਈ ਹੈ। ਪਰ ਦੇਖੋ ਮੋਦੀ ਜੀ ਦੀ ਜਿਹੜੀ ਮਾਨਸਿਕ ਬਣਤਰ ਆ ਉਹ ਤਾਨਾਸ਼ਾਹ ਵਾਲੀ ਆ ਕਿ ਮੋਦੀ ਹੈ ਤਾਂ ਮੁਮਕਿਨ ਹੈ। ਉਹਨਾਂ ਦੇ ਚਮਚਿਆਂ ਨੇ ਉਹਨਾਂ ਦਾ ਦਿਮਾਗ ਖਰਾਬ ਕੀਤਾ ਹੋਇਆ, ਰੋਜ਼ ਨਾਰੇ ਲਾ ਕੇ ਮੋਦੀ ਮੋਦੀ ਮੋਦੀ। ਉਹਨਾਂ ਦੇ ਭਗਤ ਜਿਹੜੇ ਆ ਰੋਜ਼ ਉਹਨਾਂ ਦੀ ਮਾਲਾ ਫੇਰ ਕੇ ਉਹਨਾਂ ਦਾ ਦਿਮਾਗ ਨਹੀਂ। ਤੇ ਜੇ ਉਹ ਧਰਤੀ ਤੇ ਰਹਿਣ ਮੋਦੀ ਜੀ, ਉਹ ਮੋਦੀ ਜੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ, ਚੁਣੇ ਹੋਏ ਪ੍ਰਧਾਨ ਮੰਤਰੀ, ਇੱਕ ਲੋਕਤੰਤਰ ਦੇ ਆ, ਤੇ ਇਹਦੇ ਚ ਕਿਹੜੀ ਗੱਲ ਹੈ? ਜੇ ਕੋਈ ਗਲਤ ਫੈਸਲਾ ਹੋ ਗਿਆ ਤੇ ਪਾਰਲੀਮੈਂਟ ਨਾਲੋਂ ਵੱਡੀ ਪਾਰਲੀਮੈਂਟ ਤੇ ਇੱਥੇ ਕਿਸਾਨਾਂ ਦੀ ਬੈਠੀ ਆ, ਜਿਨ੍ਹਾਂ ਨੇ ਵੋਟਾਂ ਪਾਈਆਂ, ਉਹ ਅਸਲੀ ਤਾਕਤ ਆ, ਜਾਂ ਜਿਹੜੇ ਚੁਣੇ ਹੋਏ ਉਹਨਾਂ ਦੇ ਨੁਮਾਇੰਦੇ ਉਹ ਆ। ਇਹ ਜਨਰਲ ਹਾਊਸ ਆ, ਇਹ ਜਿਹੜੀ ਉਹ ਰੈਲੀਆਂ ਆ ਉਹ ਜਨਰਲ ਹਾਊਸ ਆ, ਵੋਟਰ ਹੈਗੇ ਆ। ਉਹਨਾਂ ਦੀ ਜਿਹੜੀ ਸੋਚ ਜਾਂ ਉਹਨਾਂ ਦਾ ਫੈਸਲਾ ਸਰਵਉੱਤਮ ਆ, ਪਾਰਲੀਮੈਂਟ ਦੇ ਫੈਸਲੇ ਨਾਲੋਂ ਵੱਡਾ। ਚੁੱਪ ਕਰਕੇ ਪ੍ਰਧਾਨ ਮੰਤਰੀ ਜੀ ਸਟੇਜ ਤੇ ਆ ਜਾਣ, ਅਸੀਂ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇਵਾਂਗੇ, ਉਹਨਾਂ ਦਾ ਵਾਲ ਨਹੀਂ ਵਿੰਗਾ ਹੋਊਗਾ। ਉੱਥੇ ਆ ਕੇ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਸਾਰੇ ਕਿਸਾਨਾਂ ਨੂੰ ਇਕੱਠੇ ਕਰਕੇ ਕਹਿਣ ਕਿ ਵੀਰੋ ਮੈਂ ਤੁਹਾਡਾ ਭਲਾ ਚਾਹੁੰਦਾ ਸੀ, ਪਰ ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਨੁਕਸਾਨ ਆ, ਮੈਂ ਮਾਫੀ ਮੰਗਦਾ, ਤੁਹਾਨੂੰ ਬੜੀ ਤਕਲੀਫ ਦਿੱਤੀ, ਔਰ ਤੁਸੀਂ ਜਾਓ ਆਪਣੇ ਆਪਣੇ ਘਰ। ਮੈਂ ਸਾਰੇ ਕਾਨੂੰਨ ਵਾਪਸ ਲਏ, ਔਰ MSP ਦਾ ਵੀ ਜੋ ਜਿੰਨਾ ਹੋਵੇ ਉਹਦਾ ਕੋਈ ਨੈਗੋਸ਼ੀਏਟ ਕਰ ਲੈਣ, ਜ਼ਰੂਰ ਕਰਨਾ ਚਾਹੀਦਾ ਆ। ਇਹ ਇੰਨੀ ਸੌਖੇ ਢੰਗ ਨਾਲ ਸਾਰੀ ਗੱਲ ਹੱਲ ਹੋ ਸਕਦੀ ਆ, ਪਰ ਕਿਉਂਕਿ ਸੱਤਾ ਦਾ ਨਸ਼ਾ ਜਿਹੜਾ ਇੰਨਾ ਚੜਿਆ, ਅਜੇ ਉਤਰਿਆ ਨਹੀਂ। ਕਾਫੀ ਉਤਰ ਗਿਆ ਆ, ਕਾਫੀ ਲੋਕਾਂ ਨੇ ਦਵਾਈ ਦੇ ਕੇ ਉਤਾਰਤਾ, ਹੁਣ ਲੰਗਰ ਖਾਣ ਲੱਗ ਗਏ ਕਿਸਾਨਾਂ ਦਾ। ਤੇ ਇਹ ਹੌਲੀ ਹੌਲੀ ਜਿਸ ਤਰ੍ਹਾਂ ਹੁਣ ਅੱਗੇ ਨਾਲੋਂ ਪੱਥਰ ਦਿਲ ਮੋਮ ਹੋਣ ਲੱਗਾ ਆ, ਜਦ ਤੱਕ ਉਹ ਮੋਮ ਬਣ ਕੇ ਬੱਤੀ ਨਹੀਂ ਜਗਦੀ, ਅਜੇ ਬੱਤੀ ਨਹੀਂ ਜਗੀ, ਉਦੋਂ ਤੱਕ ਇਹ ਮੇਰਾ ਖਿਆਲ ਇੱਕ ਦੂਜੇ ਨਾਲ ਜਿਹੜਾ ਸਟੇਲ ਮਿਲ, ਜਿਹਨੂੰ ਜਮੂਦ ਕਹਿੰਦੇ, ਉਹ ਬਣਿਆ ਰਹੂਗਾ। ਹਾਂਜੀ ਰੰਧਾਵਾ ਜੀ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ। ਔਰ ਦੋਸਤੋ ਅਸੀਂ ਪ੍ਰੋਫੈਸਰ ਸਾਹਿਬ ਨੂੰ ਸੰਵਾਦ ਲਈ ਲਗਾਤਾਰ ਸੱਦਾ ਦਿੰਦੇ ਰਵਾਂਗੇ। ਸਾਡੇ ਤੋਂ ਥੋੜੀ ਵਿੱਥ ਤੇ ਥੋੜੀ ਦੂਰੀ ਤੇ ਸੀਗੇ, ਅਸੀਂ ਇਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨਾਲ ਗਾਏ ਬਗਾਏ ਜੁੜਦੇ ਰਹਿਣ। ਸੋ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ।